ਸਾਨੂੰ ਦੁਬਾਰਾ ਜਦੋਂ ਸੱਦਾ ਆਇਆ, ਦੁਬਾਰਾ ਸੱਦੇ ਦੇ ਵਿੱਚ ਇੱਕ ਅਮਿਤ ਸ਼ਾਹ ਜੀ ਨਾਲ ਉਹਨਾਂ ਨੇ ਮੀਟਿੰਗ ਰੱਖੀ ਸਾਡੀ। ਔਰ ਉਹ ਮੀਟਿੰਗ ਸੀ ਜਿਹੜੀ ਉਹ ਸਮਝ ਲਓ ਗੈਰ ਰਸਮੀ ਮੀਟਿੰਗ ਸੀ। ਗੈਰ ਰਸਮੀ ਮੀਟਿੰਗ ਦੇ ਵਿੱਚ ਸਾਨੂੰ ਬਹੁਤ ਤਰ੍ਹਾਂ ਦੇ ਸ਼ੰਕੇ ਮਤਲਬ ਪ੍ਰਗਟ ਹੋ ਰਹੇ ਸੀ, ਸਾਡੇ ਦਿਮਾਗ ਦੇ ਵਿੱਚ ਆ ਰਹੇ ਸੀਗੇ ਕਿ ਸਾਨੂੰ ਇੱਕ ਤਾਂ ਉਹਨਾਂ ਨੇ ਦੋ ਗੱਲਾਂ ਰੱਖੀਆਂ ਕਿ ਤੁਹਾਡੀ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਸਾਰੇ ਨਾ ਆਓ, ਤੁਸੀਂ ਥੋੜੇ ਬੰਦੇ ਆਓ। ਔਰ ਇਹ ਬਾਰ-ਬਾਰ ਆ ਰਹੀ ਸੀ ਵੀ ਅਮਿਤ ਸ਼ਾਹ ਜੀ ਤੁਹਾਡਾ ਅੱਜ ਕੁਛ ਨਾ ਕੁਛ ਮਤਲਬ ਕਿਸਾਨਾਂ ਦੇ ਇਸ ਅੰਦੋਲਨ ਦਾ ਫੈਸਲਾ ਕਰਨਗੇ। ਤੋਂ ਦੂਸਰਾ ਇੱਕ ਇਹਦੇ ਵਿੱਚ ਪੱਖ ਹੋਰ ਬਹੁਤ ਇੰਪੋਰਟੈਂਟ ਸੀਗਾ ਜਿਹੜਾ ਸਮਝਣ ਵਾਲਾ ਸੀ ਕਿ ਸਰਕਾਰ ਨੇ ਉਹਨਾਂ ਹੀ ਦਿਨਾਂ ਦੇ ਵਿੱਚ ਪੈਰਲਰ ਹੋਰ ਮਤਲਬ ਫਰਜ਼ੀ ਜਥੇਬੰਦੀਆਂ ਖੜੀਆਂ ਕਰਕੇ ਉਹਨਾਂ ਨਾਲ ਵੀ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਲਈਆਂ, ਜਿਹਦੇ ਵਿੱਚੋਂ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ ਸਾਨੂੰ ਜੇ ਸਰਕਾਰ ਅੱਜ ਅਸੀਂ ਨਹੀਂ ਜਾਂਦੇ ਤਾਂ ਕੱਲ ਨੂੰ ਉਹਨਾਂ ਜਿਹੜੀਆਂ ਫਰਜ਼ੀ ਜਥੇਬੰਦੀਆਂ ਦਾ ਡਰਾਮਾ ਰਚਿਆ ਜਾ ਰਿਹਾ ਹੈ, ਨਾਟਕ ਰਚਿਆ ਜਾ ਰਿਹਾ ਹੈ, ਉਹਨਾਂ ਦੇ ਆਧਾਰ ਦੇ ਉੱਤੇ ਸਰਕਾਰ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਫੈਸਲਾ ਕਰ ਦੇਵੇ ਕਿ ਅਸੀਂ ਆਹ ਮੰਗਾਂ ਮੰਨ ਲਈਆਂ, ਕਿਸਾਨ ਜਥੇਬੰਦੀਆਂ ਆਈਆਂ, ਇਹ ਮੰਗਾਂ ਮੰਨ ਲਈਆਂ, ਸਾਡੀ ਲੜਾਈ ਖਰਾਬ ਹੋ ਜਾਏਗੀ। ਸਾਨੂੰ ਇਹ ਲੜਾਈ ਨੂੰ ਕਾਮਯਾਬ ਕਰਨ ਲਈ, ਲੜਾਈ ਜਿੱਤਣ ਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਦਾ ਪੱਖ ਰੱਖੀਏ, ਅਸੀਂ ਉੱਤੇ ਸਟੈਂਡ ਲਈਏ। ਔਰ ਉੱਥੇ ਜਾ ਕੇ ਫਿਰ ਅਸੀਂ ਇਹ ਪ੍ਰਵਾਨ ਕਰਨਾ ਪਿਆ ਸਾਨੂੰ ਕਿ ਸਾਨੂੰ ਘੱਟ ਬੰਦੇ ਵੀ ਜਾ ਕੇ ਜੇ ਮੀਟਿੰਗ ਕਰਨੀ ਪੈਂਦੀ ਤੇ ਘੱਟ ਨਾਲ ਵੀ ਮੀਟਿੰਗ ਕਰ ਲੈਣੀ ਚਾਹੀਦੀ ਹੈ। ਜੇਕਰ ਸਾਨੂੰ ਇਹ ਗੈਰ ਰਸਮੀ ਮੀਟਿੰਗ ਹੀ ਆ ਰਹੀ ਹੈ ਤੇ ਗੈਰ ਰਸਮੀ ਮੀਟਿੰਗ ਵੀ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰ ਨੂੰ ਕੋਈ ਬਹਾਨਾ ਨਾ ਮਿਲੇ ਕੱਲ ਨੂੰ ਇਹ ਕਹਿਣ ਦਾ ਕਿ ਇਹ ਸਾਨੂੰ ਇਹਨਾਂ ਨੂੰ ਸੱਦਿਆ ਸੀ, ਇਹ ਮੀਟਿੰਗ 'ਚ ਨਹੀਂ ਆਏ। ਅਸੀਂ ਮੀਟਿੰਗ 'ਚ ਗਏ ਔਰ ਅਮਿਤ ਸ਼ਾਹ ਜੀ ਨੇ ਸਾਨੂੰ ਘਰੇ ਸੱਦਿਆ। ਪਹਿਲਾਂ ਇਹ ਕਿਹਾ ਵੀ ਘਰੇ ਮੀਟਿੰਗ ਹੋਏਗੀ, ਅਸੀਂ ਉੱਥੇ ਜਵਾਬ ਦਿੱਤਾ ਕਿ ਅਸੀਂ ਬਿਲਕੁਲ ਘਰੇ ਮੀਟਿੰਗ ਨਹੀਂ ਕਰਾਂਗੇ, ਅਸੀਂ ਮੀਟਿੰਗ ਜੇ ਕਰਾਂਗੇ ਤਾਂ ਕਿਤੇ ਸਰਕਾਰੀ ਕਿਸੇ ਦਫ਼ਤਰ ਦੇ ਵਿੱਚ ਕਰਾਂਗੇ। ਫਿਰ ਸਾਨੂੰ ਦੁਬਾਰਾ ਮੀਟਿੰਗ ਦੀ ਇਹ ਮੈਸੇਜ ਆਇਆ ਕਿ ਪੂਸਾ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਥੇ ਤੁਹਾਡੀ ਮੀਟਿੰਗ ਹੋਣੀ ਹੈ, ਤੁਸੀਂ ਆਪਾਂ ਉੱਥੇ ਆਵਾਂਗੇ। ਔਰ ਉੱਥੇ ਹੋ ਕੇ ਜਾ ਕੇ ਸਾਡੀ ਮੀਟਿੰਗ ਹੋਈ। ਜਿਸ ਵੇਲੇ ਉੱਥੇ ਮੀਟਿੰਗ ਹੁੰਦੀ ਹੈ ਉੱਥੇ ਵੀ ਸਾਡੇ ਮਾਨਯੋਗ ਐਗਰੀਕਲਚਰ ਮਿਨਿਸਟਰ ਬੜਾ ਲੰਮਾ ਬੋਲੇ, ਬਹੁਤ ਬਹਿਸ ਕੀਤੀ, ਬਹੁਤ ਚਰਚਾ ਕੀਤੀ ਉਹਨਾਂ ਨੇ ਆਪਦੇ ਜਾਣੇ। ਉਸ ਤੋਂ ਬਾਅਦ ਅਮਿਤ ਸ਼ਾਹ ਜੀ ਨੇ ਆਪਦੀ ਉਹੀ ਗੱਲ ਕਰਨੀ ਸ਼ੁਰੂ ਕੀਤੀ। ਲੇਕਿਨ ਸਰਕਾਰ ਦਾ ਰੁਖ ਕੀ ਸੀਗਾ? ਰੁਖ ਇਹੀ ਸੀਗਾ ਕਿ ਸੋਧਾ ਕਰ ਦਿੰਦੇ ਆ। ਹੁਣ ਸਵਾਲ ਇਸ ਗੱਲ ਦਾ ਸੀ, ਅਸੀਂ ਕਹਿੰਦੇ ਵੀ ਇਹ ਸੋਧਾ ਨਾਲ ਨਹੀਂ ਗੱਲ ਬਣਨੀ, ਤੁਹਾਨੂੰ ਅਸੀਂ ਬਹਿਸ ਕਰਕੇ ਸਾਰੀ ਗੱਲ ਦੱਸ ਚੁੱਕੇ ਹਾਂ, ਵਿਚਾਰਾਂ ਹੋ ਚੁੱਕੀਆਂ, ਸਰਕਾਰ ਮੰਨ ਚੁੱਕੀ ਹੈ ਵੀ ਇਹਦੇ ਵਿੱਚ 9 ਗਲਤੀਆਂ ਹੈਗੀਆਂ। 9 ਤਾਂ ਸਰਕਾਰ ਮੰਨੀ ਹੈ। ਅਗਰ ਅਸੀਂ ਗਲਤੀਆਂ ਕਢਾਉਣ ਵਾਲੇ ਪਾਸੇ ਨੂੰ ਤੁਰਾਂਗੇ ਨਾ, ਇਹਦੇ ਵਿੱਚ ਹੋਰ ਬਹੁਤ ਸਾਰੀਆਂ ਅਨੇਕਾਂ ਗਲਤੀਆਂ ਜਿਹੜੀਆਂ ਨਿਕਲਣਗੀਆਂ ਇਹਦੇ ਚੋਂ, ਹੋਰ ਬਣੀਆਂ ਨੇ। ਲੇਕਿਨ ਅਸੀਂ ਸੋਧਾ ਨਹੀਂ ਚਾਹੁੰਦੇ, ਅਸੀਂ ਇਹ ਕਾਨੂੰਨ ਨੂੰ ਖਤਮ ਕਰਨਾ ਚਾਹੁੰਦੇ, ਉਹਨੂੰ ਕਰਾਉਣਾ ਚਾਹੁੰਦੇ। ਕਿਉਂ ਖਤਮ ਕਰਾਉਣ ਦੇ ਮਗਰ ਇੱਕ ਬਹੁਤ ਵੱਡੀ ਗੱਲ ਹੈ। ਸਰਕਾਰ ਚਾਹੁੰਦੀ ਹੈ ਕਿ ਡੱਬਾ ਪਿਆਰ, ਅਮਿਤ ਸ਼ਾਹ ਜੀ ਨੇ ਬਾਰ-ਬਾਰ ਇਹ ਗੱਲ ਆਖੀ ਕਿ ਡੱਬਾ ਪਿਆਰਿਆਂ ਦੇ ਇਕੱਲਾ ਸਾਰਾ ਖਾਲੀ ਕਰ ਦਿਓ, ਜਿੰਨੀਆਂ ਸੋਧਾਂ ਕਰਾਉਣੀਆਂ ਸਾਰੀਆਂ ਕਰਾ ਲਓ। ਅਸੀਂ ਚਾਹੁੰਦੇ ਹਾਂ ਵੀ ਡੱਬਾ ਕਿਉਂ ਰੱਖਣਾ ਚਾਹੁੰਦੀ ਹੈ ਸਰਕਾਰ, ਉਹ ਡੱਬੇ ਦੇ ਮਗਰ ਕੀ ਹੈ। ਹੁਣ ਉਹ ਡੱਬੇ ਦੇ ਮਗਰ ਸਰਕਾਰ ਡੱਬਾ ਕਿਉਂ ਰੱਖਣਾ ਚਾਹੁੰਦੀ ਹੈ ਤੇ ਅਸੀਂ ਉਹ ਡੱਬੇ ਨੂੰ ਕਿਉਂ ਖਤਮ ਕਰਨਾ ਚਾਹੁੰਦੇ ਹਾਂ, ਗੱਲ ਇਹਨੂੰ ਸਮਝਣ ਦੀ ਲੋੜ ਹੈ। ਗੱਲ ਸੋਧਾਂ ਦੀ ਨਹੀਂ ਹੈ। ਜਿਹੜਾ ਉਹ ਡੱਬਾ ਰੱਖਣਾ ਚਾਹੁੰਦੀ ਹੈ ਸਰਕਾਰ, ਉਹ ਸਰਕਾਰ ਇਹ ਚਾਹੁੰਦੀ ਹੈ ਵੀ ਕਾਨੂੰਨ ਇਸੇ ਤਰ੍ਹਾਂ ਬਣਿਆ ਰਹੇ। ਸੋਧਾ ਕਰ ਦਿੰਦੇ ਆ, APMC ਦੇ ਮੰਡੀ ਦੀ ਤਰ੍ਹਾਂ ਹੀ ਪ੍ਰਾਈਵੇਟ ਮੰਡੀ ਦੇ ਵਿੱਚ ਵੀ ਟੈਕਸ ਲੱਗੇਗਾ, ਪ੍ਰਾਈਵੇਟ ਮੰਡੀ ਦੇ ਵਿੱਚ ਵੀ ਮਤਲਬ ਆਪਣਾ ਕਾਨੂੰਨ ਦੇ ਦਾਇਰੇ 'ਚ ਆ ਜਾਊਗੀ। ਜਿਹੜਾ ਪ੍ਰਾਈਵੇਟ ਮੰਡੀ 'ਚੋਂ ਤੁਹਾਡਾ ਮਾਲ ਵਿਕੇਗਾ, ਅਗਰ ਕਿਸਾਨ ਦਾ ਡਿਸਪਿਊਟ ਹੁੰਦਾ ਹੈ ਤਾਂ ਕਿਸਾਨ ਨੂੰ ਕੋਰਟ ਜਾਣ ਦਾ ਅਧਿਕਾਰ ਹੋਏਗਾ। ਇਹ ਗੱਲ ਉਹਨਾਂ ਨੇ ਕੀਤੀ। ਹੁਣ ਸਵਾਲ ਇਸ ਗੱਲ ਦਾ ਹੈ ਕਿ ਪ੍ਰਾਈਵੇਟ ਮੰਡੀ ਕਿਉਂ? ਅਸੀਂ ਇਹ ਮੰਗ ਕਰਦੇ ਹਾਂ ਕਿ ਪ੍ਰਾਈਵੇਟ ਮੰਡੀ ਹੋਣੀ ਨਹੀਂ ਚਾਹੀਦੀ। ਪੰਜਾਬ ਇੱਕ ਐਸਾ ਸੂਬਾ ਹੈ ਪੂਰੇ ਭਾਰਤ ਦੇ ਅੰਦਰ ਜਿੱਥੇ ਸਭ ਤੋਂ ਵਧੀਆ ਮੰਡੀ ਸਿਸਟਮ ਡਿਵੈਲਪ ਹੋ ਚੁੱਕਿਆ ਹੈ। ਔਰ ਇੱਥੇ ਅੱਜ ਸਾਰੇ ਬਾਹਰਲੇ ਸਟੇਟਾਂ ਤੋਂ ਲਿਆ ਕੇ ਕਿਸਾਨ ਇੱਥੇ ਫਸਲ ਵੇਚ ਰਹੇ ਨੇ ਪੰਜਾਬ ਦੇ ਵਿੱਚ। ਚਾਹੀਦਾ ਤਾਂ ਭਾਰਤ ਸਰਕਾਰ ਨੂੰ ਇਹ ਹੈ ਕਿ ਜੇਕਰ ਕਿਸਾਨਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਵਾਲਾ ਫਾਰਮੂਲਾ ਪੂਰੇ ਭਾਰਤ ਦੇ ਵਿੱਚ ਲਾਗੂ ਕਰੇ। ਔਰ ਇਹ ਫਾਰਮੂਲਾ ਕਿਹੜਾ ਲਾਗੂ ਕਰ ਰਹੀ ਹੈ? ਜਿਹੜਾ ਬਿਹਾਰ ਦੇ ਵਿੱਚ 2006 'ਚ ਕਰ ਚੁੱਕੀ ਹੈ। ਜਦੋਂ ਦਾ ਬਿਹਾਰ ਦੇ ਵਿੱਚ 2006 'ਚ ਫਾਰਮੂਲਾ ਲਾਗੂ ਹੋਇਆ ਹੈ, ਇਹ ਮੰਡੀ ਸਿਸਟਮ ਟੁੱਟਿਆ ਹੈ, ਇਹ FCI ਦਾ ਖਰੀਦ ਦਾ ਸਰਕਾਰੀ ਖਰੀਦ ਦਾ ਢਾਂਚਾ ਖਤਮ ਹੋਇਆ ਹੈ, ਤਾਂ ਬਿਹਾਰ ਦੇ ਕਿਸਾਨ ਨੂੰ ਅੱਜ ਜਿਹੜਾ 5-10 ਏਕੜ ਵਾਲਾ 15-15 ਏਕੜ ਵਾਲਾ ਪੰਜਾਬ ਦੇ ਵਿੱਚ ਆ ਕੇ ਮਜ਼ਦੂਰੀ ਕਰ ਰਿਹਾ ਸਾਡਾ ਕਿਸਾਨ। ਤਾਂ ਇਹ ਸਾਡੇ ਕਿਸਾਨ ਦੀ ਵੀ ਇਹੀ ਦਸ਼ਾ ਕਰਨੀ ਚਾਹੁੰਦੀ ਹੈ। ਇਹ ਕਿੱਧਰਲੇ ਪਾਸੇ ਪੁੱਠੇ ਪਾਸੇ ਨੂੰ ਤੁਰੀ ਹੈ ਸਰਕਾਰ। ਇਹਦਾ ਪ੍ਰਭਾਵ ਕੀ ਪਏਗਾ ਸਾਡੇ ਤੇ? ਜਿਹੜੀ ਇਹ ਮੰਡੀ ਹੈ, ਇਸ ਮੰਡੀ ਦੇ ਨਾਲ ਸਾਡੇ ਕਿਸਾਨ ਨੂੰ ਪ੍ਰਾਈਵੇਟ ਮੰਡੀ ਨੇ ਹਮੇਸ਼ਾ ਸਰਕਾਰੀ ਮੰਡੀ ਨੂੰ ਖਤਮ ਕਰਦੀ ਹੈ। ਔਰ ਬੜੀ ਥਾਵਾਂ ਤੇ ਹੋਇਆ ਹੈ। ਜਿਸ ਦਿਨ ਜੀਓ ਆਇਆ ਹੈ, ਜੀਓ ਨੇ ਸਾਡਾ ਸੈੱਲ 1 ਖਤਮ ਕੀਤਾ। ਜਦੋਂ ਸਾਡੀ ਪ੍ਰਾਈਵੇਟ ਹਸਪੀਟਲ ਆਏ, ਸਰਕਾਰੀ ਹਸਪੀਟਲ ਖਤਮ ਕੀਤੇ, ਪ੍ਰਾਈਵੇਟ ਸਕੂਲ ਆਏ, ਸਰਕਾਰੀ ਸਕੂਲ ਖਤਮ ਕੀਤੇ, ਪ੍ਰਾਈਵੇਟ ਟਰਾਂਸਪੋਰਟ ਆਈ, ਸਰਕਾਰੀ ਟਰਾਂਸਪੋਰਟ ਖਤਮ ਕੀਤੀ।
ਸਾਰੇ ਦਾ ਸਾਰਾ ਢਾਂਚਾ ਜਦੋਂ ਪ੍ਰਾਈਵੇਟ ਕੋਈ ਅਦਾਰਾ ਖੜਾ ਹੁੰਦਾ ਬਰਾਬਰ ਸਰਕਾਰੀ ਦੇ ਤਾਂ ਸਰਕਾਰੀ ਨੂੰ ਨੁਕਸਾਨ ਹੁੰਦਾ ਹੈ। ਔਰ ਇੱਥੇ ਵੀ ਸਰਕਾਰੀ ਦਾ ਨੁਕਸਾਨ ਕਰਨ ਵਾਸਤੇ ਹੀ ਇਹ ਜੋ ਜਿੱਦ ਫੜੀ ਹੈ ਸਰਕਾਰ ਨੇ, ਤਾਂ ਕਿ ਇਹ ਹੌਲੀ ਹੌਲੀ ਸਰਕਾਰੀ ਢਾਂਚਾ ਖਤਮ ਹੋਵੇ ਔਰ ਪੂਰੇ ਦਾ ਪੂਰਾ ਐਗਰੀਕਲਚਰ ਦਾ ਜਿਹੜਾ ਵੱਡਾ 12,000 ਕਰੋੜ ਦਾ ਜਿਹੜਾ ਵਪਾਰ ਹੈ ਉਹ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਚਲਿਆ ਜਾਵੇ। ਕਾਰਪੋਰੇਟਾਂ ਹੱਥਾਂ ਦੇ ਵਿੱਚ ਇਸ ਵਪਾਰ ਨੂੰ ਦੇਣ ਵਾਸਤੇ ਪ੍ਰਾਈਵੇਟ ਮੰਡੀ ਨੂੰ ਉਤਸ਼ਾਹਿਤ ਕਰ ਰਹੀ ਹੈ ਸਰਕਾਰ, ਸਰਕਾਰੀ ਮੰਡੀ ਨੂੰ ਖਤਮ ਕਰਨ ਦੇ ਰਸਤੇ ਤੇ ਤੁਰੀ ਹੋਈ ਸਰਕਾਰ। ਔਰ ਇਹ ਸਰਕਾਰੀ ਮੰਡੀ ਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਇਹ ਸਾਰਾ ਮਤਲਬ ਯਤਨ ਕਰਨਾ। ਯਾਨੀ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਇਹਨਾਂ ਨੂੰ ਕਾਨੂੰਨਾਂ ਨੂੰ ਖਤਮ ਕਰਨਾ ਕਿਉਂ ਮੰਗਦੇ ਹਾਂ। ਅਗਲੀ ਗੱਲ ਹੈ ਜਿਹੜੀ ਤੁਸੀਂ ਮਤਲਬ ਆਪਾਂ ਕਰ ਰਹੇ ਸੀਗੇ ਕਿ ਵੀ ਇਹਨਾਂ ਕਾਨੂੰਨਾਂ ਦੇ ਨਾਲ ਲੋਕਾਂ ਦਾ ਨੁਕਸਾਨ ਕੀ ਹੈ, ਆਮ ਲੋਕਾਂ ਦਾ, ਜਨਤਾ ਦਾ ਕੀ ਨੁਕਸਾਨ ਹੈ, ਆਮ ਜਨਤਾ ਕਿਉਂ ਨਹੀਂ ਇਹਨੂੰ ਸਮਝ ਰਹੀ। ਮੈਂ ਬੇਨਤੀ ਕਰਾਂ ਇਹ ਜਿਹੜੇ ਕਾਨੂੰਨ ਨੇ ਇਹ ਕਾਨੂੰਨ ਕੇਵਲ ਕਿਸਾਨੀ ਲਈ ਮਾੜੇ ਨਹੀਂ ਗਏ। ਸਾਡੇ ਕੋਲੋਂ ਤਾਂ ਸਸਤਾ ਅਨਾਜ ਖਰੀਦਣਾ ਹੈ, ਸਾਡੇ ਕੋਲੋਂ ਅੱਗੇ ਜਾ ਕੇ ਲੰਮੇ ਸਮੇਂ ਦੇ ਵਿੱਚ ਸਾਡੀ ਜ਼ਮੀਨ ਲੈਣੀ ਆ, ਲੇਕਿਨ ਇੱਥੇ ਜਿਹੜਾ ਆਮ ਖਪਤਕਾਰ ਹੈ, ਆਮ ਖਪਤਕਾਰ ਦੀ ਜਿੱਡੀ ਵੱਡੀ ਪੱਧਰ ਤੇ ਲੁੱਟ ਹੋਣੀ ਹੈ ਨਾ ਇਹਨਾਂ ਕਾਨੂੰਨਾਂ ਦੇ ਤਹਿਤ, ਉਹ ਜਿਹੜਾ 1955 ਦਾ ਐਕਟ ਬਣਿਆ ਹੋਇਆ, ਐਸੈਂਸ਼ੀਅਲ ਕਮੋਡਿਟੀ ਐਕਟ, ਜ਼ਰੂਰੀ ਵਸਤੂਆਂ ਦਾ ਐਕਟ ਜਿਹੜਾ ਬਣਿਆ ਹੋਇਆ, ਉਹਦੇ ਸੋਧਾਂ ਕੀਤੀਆਂ। ਉਹਦੇ ਵਿੱਚ ਸੋਧਾਂ ਕਰਕੇ ਸਰਕਾਰ ਨੇ ਕਾਰਪੋਰੇਟਾਂ ਨੂੰ ਵੱਡਾ ਜ਼ਖੀਰੇਬਾਜ਼ੀ ਕਰਨ ਦਾ ਅਧਿਕਾਰ ਦੇ ਦਿੱਤਾ, ਜਿੰਨਾ ਮਰਜ਼ੀ ਉਹ ਅਨਾਜ ਸਟੋਰ ਕਰ ਸਕਦੇ ਨੇ। ਨਾਲ ਅਗਲੀ ਗੱਲ ਉਹਨਾਂ ਨੂੰ ਰੇਟ ਵੱਧ ਚਾਰਜ ਕਰਨ ਵਾਸਤੇ ਇਹ ਕਹਿਤਾ ਕਿ ਤੁਸੀਂ 50 ਤੋਂ ਲੈ ਕੇ 100% ਤੱਕ ਮੁਨਾਫਾ ਵੱਧ ਚਾਰਜ ਕਰ ਸਕਦੇ ਹੋ ਲੋਕਾਂ ਤੋਂ। ਹੁਣ ਜਦੋਂ 100% ਮੁਨਾਫਾ ਚਾਰਜ ਹੋਏਗਾ ਤੇ ਇਹਦਾ ਮਤਲਬ ਇਹ ਹੈ ਕਿ ਦੁੱਗਣੇ ਰੇਟ ਦੇ ਉੱਤੇ ਮਤਲਬ ਜਿਹੜੀ ਚੀਜ਼ ਹੈ ਅੱਜ ਜਿਹੜੀ ਉਹਨਾਂ ਨੇ ਖਰੀਦੀ ਉਹ ਦੁੱਗਣੇ ਰੇਟ ਤੇ ਵੇਚਣਗੇ। ਜਦੋਂ ਇਹ ਦੁੱਗਣੇ ਰੇਟ ਤੇ ਵਿਕਣੀ ਹੈ, ਆਮ ਖਪਤਕਾਰ ਹੈ ਜਿਹੜਾ ਆਮ ਉਪਭੋਗਤਾ ਜਿਹੜਾ ਸ਼ਹਿਰਾਂ 'ਚ ਬੈਠੇ ਲੋਕ ਨੇ ਜਾਂ ਜਿਹੜੇ ਹੋਰ ਮਤਲਬ ਕਸਬਿਆਂ 'ਚ ਬੈਠੇ ਲੋਕ ਨੇ ਜਾਂ ਜਿਨ੍ਹਾਂ ਦਾ ਐਗਰੀਕਲਚਰ ਨਾਲ ਸੰਬੰਧ ਨਹੀਂ, ਮਜ਼ਦੂਰ ਵਿਚਾਰੇ ਲੋਕ ਨੇ, ਉਹਨਾਂ ਲੋਕਾਂ ਨੂੰ ਜਦੋਂ ਇਹ ਅਨਾਜ ਇਹ ਵਸਤੂਆਂ ਮੁੱਲ ਲੈ ਕੇ ਖਾਣੀਆਂ ਪਈਆਂ, ਇਹਨਾਂ ਦਾ ਅਸਮਾਨੀ ਰੇਟ ਚੜ੍ਹੇਗਾ। ਜਿਵੇਂ ਮੈਂ ਮਿਸਾਲ ਦੇ ਤੌਰ ਤੇ ਕੱਲੀ ਕਣਕ ਦੀ ਗੱਲ ਜੇ ਕਰ ਲਈਏ ਤਾਂ ਮੈਂ ਵਾਅਦੇ ਨਾਲ ਗੱਲ ਕਰਦਾ, ਘੱਟੋ ਘੱਟ 9,000 ਨੂੰ ਪ੍ਰਤੀ ਕੁਇੰਟਲ ਕਣਕ ਸਾਡੇ ਹਰ ਉਪਭੋਗਤਾ ਨੂੰ ਖਰੀਦਣੀ ਪਏਗੀ। ਔਰ ਜਦੋਂ ਅੱਜ ਉਹ ਜਿਹੜੀ ਕਣਕ ਹੈ ਉਹ ਕਣਕ ਬਹੁਤ ਸਸਤੇ ਰੇਟ ਦੇ ਉੱਤੇ ਸਾਡੇ ਉਪਭੋਗਤਾ ਨੂੰ ਮਿਲ ਰਹੀ ਹੈ, ਤਾਂ ਸਾਡੇ ਇਹ ਸਾਰਾ ਬੋਝ ਸਾਡੇ ਅਸੀਂ ਚੱਲ ਰਹੇ ਹਾਂ, ਸਰਕਾਰ ਨਹੀਂ ਚੱਲ ਰਹੀ। ਉਪਭੋਗਤਾ ਨੂੰ ਸਸਤਾ ਦੇਣ ਵਾਸਤੇ ਕਿਸਾਨ ਬੋਝ ਚੱਲ ਰਿਹਾ ਹੈ। ਔਰ ਇਹ ਕਿਸਾਨ ਦੀ ਜੇਕਰ ਨੂੰ ਜਿਉਂਦਾ ਰੱਖਣ ਵਾਸਤੇ ਸਰਕਾਰ ਨੂੰ ਚਾਹੀਦਾ ਤੇ ਇਹ ਸੀ ਕਿ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਅਨੁਸਾਰ ਕਿਸਾਨਾਂ ਦੀਆਂ ਮਤਲਬ ਮੰਗਾਂ ਮੰਨਦੀ, ਉਧਰਲੇ ਪਾਸੇ ਜਾਣ ਦੀ ਬਜਾਏ ਸਰਕਾਰ ਨੇ ਦੂਜੇ ਪਾਸੇ ਨੂੰ ਤੁਰੀ। ਸਰਕਾਰ ਨੇ ਕੋਸ਼ਿਸ਼ ਇਹ ਕੀਤੀ ਕਿ ਅਸੀਂ ਤੁਹਾਨੂੰ ਕਾਨੂੰਨ ਦਿੰਦੇ ਹਾਂ ਨਵੇਂ, ਜਿਨ੍ਹਾਂ ਕਾਨੂੰਨਾਂ ਦੇ ਨਾਲ ਤੁਹਾਡੀ ਇਨਕਮ ਵਧੇਗੀ। ਔਰ ਇਹਨਾਂ ਕਾਨੂੰਨਾਂ ਦੇ ਨਾਲ ਸਾਡੀ ਇਨਕਮ ਨਹੀਂ ਵਧੇਗੀ, ਸਾਡੀ ਜ਼ਮੀਨ ਜਾਏਗੀ। ਜ਼ਮੀਨ ਕਿਵੇਂ ਜਾਏਗੀ ਇਹਨੂੰ ਵੀ ਸਮਝਣ ਦੀ ਲੋੜ ਹੈ। ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਮੰਡੀ ਦੇ ਬਰਾਬਰ ਮੰਡੀ ਬਣੀ, ਆਟੋਮੈਟਿਕ ਹੈ ਕਿ ਬਾਹਰ ਵਪਾਰੀ ਨੇ, ਜਿਵੇਂ ਜੀਓ ਨੇ ਸਸਤਾ ਸਿਮ ਦਿੱਤਾ, ਸਸਤਾ ਨੈਟਵਰਕ ਦਿੱਤਾ ਲੋਕਾਂ ਨੂੰ, ਔਰ ਜਦੋਂ ਉਹਦੇ ਪੈਰਲਰ ਵਾਲੇ ਖਤਮ ਹੋ ਗਏ, ਬਰਾਬਰ ਵਾਲੇ ਖਤਮ ਹੋ ਗਏ, ਉਦੋਂ ਉਹਨਾਂ ਨੇ ਆਪਦਾ ਮਨ ਚਾਹਿਆ ਰੇਟ ਵਧਾ ਕੇ ਉਹੀ ਰੇਟ ਫਿਰ ਕੀਤਾ। ਇਸੇ ਤਰ੍ਹਾਂ ਜਿਹੜੇ ਪ੍ਰਾਈਵੇਟ ਪਲੇਅਰ ਨੇ, ਜਿਹੜੀਆਂ ਕੰਪਨੀਆਂ ਆਉਂਦੀਆਂ ਨੇ, ਇਹਨਾਂ ਨੇ ਇੱਕ ਸਪੈਸ਼ਲ ਬਜਟ ਰੱਖਿਆ ਹੁੰਦਾ ਹੈ ਕਿ ਆਪਦੇ ਜਿਹੜੇ ਕੰਪੀਟੀਟਰ ਨੇ, ਜਿਹੜੇ ਇਹਨਾਂ ਦੇ ਮੁਕਾਬਲੇ ਵਾਲੇ ਲੋਕ ਨੇ, ਉਹਨਾਂ ਨੂੰ ਕਿਵੇਂ ਮਾਰਨਾ ਹੈ। ਘਾਟਾ ਖਾ ਕੇ ਵੀ ਮਾਰਨਗੀਆਂ, ਜਿਹੜੇ ਸੋਧਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਦੇਣ ਕਾਨੂੰਨਾਂ ਦੇ ਵਿੱਚ, ਕੰਪਨੀਆਂ ਘਾਟਾ ਖਾ ਕੇ ਵੀ ਇਸ ਐਗਰੀਕਲਚਰ ਦੇ ਪ੍ਰੋਡਕਟਾਂ ਨੂੰ ਇੱਕ ਵਾਰੀ ਖਰੀਦਣਗੀਆਂ, ਸਾਲ 2 ਸਾਲ ਦੇ ਵਿੱਚ ਖਰੀਦਣਗੀਆਂ। ਜਦੋਂ 2 ਸਾਲ ਮਤਲਬ ਮਹਿੰਗਾ ਖਰੀਦਿਆ ਗਿਆ ਪ੍ਰੋਡਕਟ, ਉਸ ਤੋਂ ਬਾਅਦ ਕੀ ਕਰਨਗੀਆਂ? ਉਸ ਤੋਂ ਬਾਅਦ ਸਾਡੀ ਫਸਲ ਦਾ ਜਿਹਨੂੰ ਖਰੀਦਣ ਵਾਲਾ ਜਿਹੜਾ ਢਾਂਚਾ ਹੈ, FCI ਟੁੱਟ ਗਈ, ਸਾਡੀ ਮੰਡੀ ਢਾਂਚਾ ਟੁੱਟ ਗਿਆ। ਕਿਉਂਕਿ ਮੰਡੀ ਦੇ ਵਿੱਚ ਜਦੋਂ ਕਿਸਾਨ ਵੱਧ ਰੇਟ ਦੇ ਲਾਲਚ ਨੂੰ ਵਪਾਰੀਆਂ ਨੂੰ ਮਾਲ ਵੇਚ ਗਿਆ, ਉਸ ਤੋਂ ਬਾਅਦ ਫਿਰ ਮੰਡੀ ਦੇ ਵਿੱਚ ਤਾਂ ਕਿਸੇ ਨੇ ਜਾਣਾ ਨਹੀਂ। ਜਦੋਂ ਮੰਡੀ ਦੇ ਵਿੱਚ ਕੋਈ ਨਾ ਗਿਆ, ਥੋੜੇ ਚਿਰ ਦੇ ਵਿੱਚ ਮੰਡੀਆਂ ਹੌਲੀ ਹੌਲੀ ਖਤਮ ਹੁੰਦੀਆਂ ਖਤਮ ਹੋ ਜਾਣਗੀਆਂ। ਜਦੋਂ ਮੰਡੀਆਂ ਖਤਮ ਹੋਈਆਂ, ਉਸ ਵੇਲੇ ਫਿਰ ਮੋਨੋਪੋਲੀ ਬਣੇਗੀ ਵਪਾਰੀ ਦੀ ਔਰ ਇਹਨਾਂ ਦੀ ਕਾਰਪੋਰੇਟ ਲੋਕਾਂ ਦੀ। ਉੱਥੇ ਜਦੋਂ ਇਹਨਾਂ ਦੀ ਮੋਨੋਪੋਲੀ ਬਣੀ, ਉਦੋਂ ਸਾਡਾ ਸਿਸਟਮ ਫਿਰ ਮਤਲਬ ਬਿਹਾਰ ਵਾਲੇ ਰੇਟ ਸਾਡੇ ਵੀ ਹੋਣੇ ਆ, ਰੇਟ ਡਿੱਗਣੇ ਨੇ। ਅਮਿਤ ਸ਼ਾਹ ਜੀ ਦੇ ਬਿਆਨਾਂ ਤੋਂ ਗਡਕਰੀ ਜੀ ਦੇ ਬਿਆਨ ਸਿੱਧ ਕਰਦੇ ਨੇ ਕਿ ਉਹਨਾਂ ਨੇ ਕਿਹਾ ਕਿ ਜਿਹੜੀ MSP ਹੈ ਸਾਡੀ ਅਰਥ ਵਿਵਸਥਾ ਦੇ ਸਾਡੇ ਖਜ਼ਾਨੇ ਤੇ ਬੋਝ ਹੈ। ਔਰ ਜਦੋਂ ਇਹ ਖਜ਼ਾਨੇ ਤੇ ਬੋਝ ਮੰਨਦੇ ਨੇ ਸਾਡੀ ਇਸ MSP ਨੂੰ, ਤਾਂ ਇਹਦਾ ਕਲੀਅਰ ਹੈ ਕਿ MSP ਤੋੜਨ ਦੀ ਤਿਆਰੀ ਹੈ ਸਰਕਾਰ ਦੀ। ਇਹ ਬੜੀ ਸਪਸ਼ਟ ਹੈ ਗੱਲ।
ਔਰ ਜਦੋਂ ਐਮਐਸਪੀ ਟੁੱਟੀ ਹੈ ਉੱਥੇ ਉੱਥੇ ਮਤਲਬ ਸਟੇਟਾਂ ਦੇ ਵਿੱਚ ਕਿਸਾਨ ਰੁਲਿਆ, ਕਿਸਾਨ ਦੀ ਫਸਲ ਦਾ ਰੇਟ ਡਾਊਨ ਹੋਇਆ, ਕਿਸਾਨ ਦੀ ਫਸਲ ਦਾ ਰੇਟ ਡਿੱਗਿਆ ਔਰ ਡਿੱਗੇਗਾ ਵੀ ਲਾਜ਼ਮੀ। ਜਦੋਂ ਰੇਟ ਡਿੱਗਿਆ ਤੁਸੀਂ ਦੂਜਾ ਪੱਖ ਦਾ ਇਹ ਦੇਖੋ ਕੀ ਬਣਨਾ ਹੈ, ਕਿਸਾਨ ਦੇ ਕੋਲੋਂ ਜ਼ਮੀਨ ਕਿਵੇਂ ਲੈਂਦੇ ਆ ਇਹ। ਜਦੋਂ ਸਾਡੀ ਫਸਲ ਦਾ ਰੇਟ ਡਿੱਗਿਆ ਉਸ ਵੇਲੇ ਕਿਸਾਨ ਦੀ ਮਜਬੂਰੀ ਹੈ ਕਿ ਇਹਨੂੰ ਫਸਲ ਤਾਂ ਪੈਦਾ ਕਰਕੇ ਵੇਚਣੀ ਹੀ ਪਵੇਗੀ, ਭਾਵੇਂ ਘਾਟਾ ਪਵੇ ਤੇ ਭਾਵੇਂ ਮੁਨਾਫਾ ਹੋਵੇ। ਕਿਸਾਨ ਦਾ ਕਿ ਸੁਭਾਅ ਹੈ, ਇਹ ਫਸਲ ਪੈਦਾ ਕਰਨੋਂ ਨਹੀਂ ਹਟੇਗਾ, ਫਸਲ ਪੈਦਾ ਕਰੇਗਾ, ਫਸਲ ਵੇਚੇਗਾ, ਫਸਲ ਵੇਚੇਗਾ ਹੀ। ਜਦੋਂ ਇਹ ਫਸਲ ਵੇਚੇਗਾ ਬਾਰ-ਬਾਰ, ਹਰ ਫਸਲ ਦੇ ਵਿੱਚੋਂ ਲਗਭਗ ਹਰ ਛਮਾਹੀ 2 ਏਕੜ ਤੋਂ ਲੈ ਕੇ 5 ਏਕੜ 10 ਏਕੜ ਵਾਲੇ 20 ਏਕੜ ਵਾਲੇ ਕਿਸਾਨ ਤੱਕ ਇਹਨਾਂ ਦਾ ਇੰਨਾ ਪ੍ਰਭਾਵ ਪੈਣਾ ਕਿ 1 ਲੱਖ ਤੋਂ ਲੈ ਕੇ 5 ਲੱਖ ਤੱਕ ਦਾ ਨੁਕਸਾਨ ਹਰ ਕਿਸਾਨ ਨੂੰ ਹਰ ਫਸਲ ਤੇ ਝੱਲਣਾ ਪੈਣਾ। ਜਦੋਂ 3-4 ਫਸਲਾਂ ਕਿਸਾਨ ਨੇ ਘਾਟੇ ਨਾਲ ਵੇਚੀਆਂ ਤਾਂ ਹਰ ਕਿਸਾਨ ਦੇ ਸਿਰ ਜਿਹੜਾ ਕਰਜ਼ਾ ਹੈ ਜਿੰਨਾ ਅੱਜ ਹੈ ਉਹਦੇ ਨਾਲੋਂ ਲਗਭਗ 4 ਗੁਣਾ ਕਰਜ਼ਾ ਕਿਸਾਨ ਸਿਰ ਹੋਏਗਾ। ਜਦੋਂ ਕਿਸਾਨ ਸਿਰ 4 ਗੁਣਾ, ਪਹਿਲੇ ਕਾਨੂੰਨ ਦੀ ਸਿਚੁਏਸ਼ਨ ਹੈ, ਪਹਿਲਾ ਕਾਨੂੰਨ ਕਰ ਰਿਹਾ ਹੈ ਸਾਡੇ ਕਿਸਾਨ ਨਾਲ ਇਹ ਹਾਲਤ। ਤਾਂ ਜਦੋਂ ਇੱਥੇ ਆਇਆ ਉਸ ਤੋਂ ਬਾਅਦ ਫਿਰ ਕੀ ਹੋਣਾ ਹੈ, ਉਸ ਤੋਂ ਬਾਅਦ ਦੂਜੇ ਕਾਨੂੰਨ ਨੇ ਆਪਦਾ ਕੰਮ ਕਰਨਾ ਸ਼ੁਰੂ ਕਰਨਾ, ਕਿਸਾਨ ਨੂੰ ਕਰਜ਼ਾਈ ਕਰਕੇ ਕਿਸਾਨ ਦੇ ਹੱਥ ਖੜੇ ਕਰਵਾ ਕੇ ਖੇਤੀ ਤੋਂ। ਫਿਰ ਕੀ ਹੋਣਾ ਹੈ, ਫਿਰ ਆਉਣਾ ਜੀ ਇੱਥੇ ਕੰਟਰੈਕਟ ਫਾਰਮਿੰਗ ਦੇ ਐਕਟ ਨੇ ਕੰਮ ਕਰਨਾ ਸ਼ੁਰੂ ਕਰਨਾ ਹੈ। ਕੰਟਰੈਕਟ ਫਾਰਮਿੰਗ ਵਾਸਤੇ ਜਦੋਂ ਇੱਕ ਸਿਚੁਏਸ਼ਨ 'ਚ ਕਿਸਾਨ ਫਸ ਗਿਆ, ਕਰਜ਼ਾ ਇੰਨਾ ਸਿਰ ਚੜ ਗਿਆ, ਉਹਨੂੰ ਕਿਤੋਂ ਪੈਸਾ ਹੀ ਮਿਲਣੋਂ ਹਟ ਗਿਆ, ਤਾਂ ਫਿਰ ਉਹ ਕੰਟਰੈਕਟ ਫਾਰਮਿੰਗ ਵਾਲੇ ਜਦੋਂ ਆਉਣਗੇ ਵੀ ਅਸੀਂ ਤੁਹਾਨੂੰ ਫਸਲ ਬਚਾਉਣੇ ਆ, ਤੁਹਾਨੂੰ ਬੀਜ ਵੀ ਦਿੰਨੇ ਆ, ਤੁਹਾਨੂੰ ਰੇਹ ਵੀ ਦਿੰਨੇ ਆ, ਤੁਹਾਨੂੰ ਸਪਰੇਆਂ ਵੀ ਦਿੰਨੇ ਆ, ਤੁਹਾਨੂੰ ਸਭ ਕੁਝ ਦਿੰਨੇ ਆ, ਤੁਸੀਂ ਇਹ ਸਾਡੇ ਵਾਲਾ ਮਤਲਬ ਫਾਰਮੂਲਾ ਅਪਣਾਓ, ਇਸ ਢੰਗ ਨਾਲ ਖੇਤੀ ਕਰੋ। ਉਹ ਕਿਸਾਨ ਆਦੀ ਮਜਬੂਰੀ ਬਣੇਗੀ ਉਹਨਾਂ ਦੇ ਢੰਗ ਨਾਲ ਖੇਤੀ ਕਰਨੀ। ਜਦੋਂ ਕਿਸਾਨ 2 ਸਾਲ ਉਹਨਾਂ ਦੀ ਖੇਤੀ ਕਰੇਗਾ, ਕਿਸਾਨ ਦਾ ਜਿਹੜਾ ਆਪਣਾ ਸੀਡ ਹੈ ਉਹ ਸੀਡ ਬਰਬਾਦ ਹੋ ਜਾਏਗਾ ਔਰ ਕਿਸਾਨ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਣ ਲਈ ਮਜਬੂਰ ਹੋ ਜਾਏਗਾ। ਕਿਸਾਨ ਦੀ ਮਜਬੂਰੀ ਬਣ ਜੂਗੀ, ਉਹਨਾਂ ਨੂੰ ਉਹਨਾਂ ਦਾ ਬੀਜ ਲੈ ਕੇ ਉਹਨਾਂ ਦੀ ਮਰਜ਼ੀ ਅਨੁਸਾਰ ਹੀ ਫਸਲ ਬੀਜਣੀ ਪਵੇਗੀ। ਔਰ ਜਦੋਂ ਇਹ ਬੀਜੇਗਾ ਫਿਰ ਦੇਖੋ ਇਸੇ ਕੰਟਰੈਕਟ ਫਾਰਮਿੰਗ ਦੇ ਵਿੱਚ ਅੱਗੇ ਜਾ ਕੇ ਕੀ ਲਿਖਦੇ ਨੇ। ਕੰਟਰੈਕਟ ਫਾਰਮਿੰਗ ਦੇ ਵਿੱਚ ਅੱਗੇ ਜਾ ਕੇ ਲਿਖਦੇ ਆ ਕਿ ਤੁਹਾਡੀ ਫਸਲ ਦਾ ਜਿਹੜਾ ਗ੍ਰੇਡ ਚੈੱਕ ਹੋਏਗਾ, ਤੁਹਾਡੀ ਫਸਲ ਦਾ ਸਟੈਂਡਰਡ ਚੈੱਕ ਹੋਏਗਾ, ਕੀ ਇਹ ਤੁਹਾਡੀ ਫਸਲ ਵਿਕਣ ਦੇ ਯੋਗ ਹੈ ਜਾਂ ਨਹੀਂ ਵਿਕਣ ਦੇ ਯੋਗ, ਜਾਂ ਕਿਹੜੇ ਗ੍ਰੇਡ ਦੀ ਹੈ, ਇਹ A ਗ੍ਰੇਡ ਹੈ, B ਗ੍ਰੇਡ ਹੈ, C ਗ੍ਰੇਡ ਹੈ, D ਗ੍ਰੇਡ ਹੈ। ਔਰ ਉਹਨਾਂ ਗ੍ਰੇਡਾਂ ਦੇ ਰਾਹੀਂ ਫਿਰ ਕਿਸਾਨ ਨੂੰ ਲੁੱਟਿਆ ਜਾਣਾ ਹੈ। ਔਰ ਜਦੋਂ ਕਿਸਾਨ ਦਾ ਆਪਦਾ ਬੀਜ ਖਤਮ ਹੋ ਗਿਆ ਉਸ ਵੇਲੇ ਕਿਸਾਨ ਨੂੰ ਬੀਜ ਨੂੰ ਬਹੁਤ ਮਹਿੰਗੇ ਰੇਟਾਂ ਦੇ ਵੇਚ ਕੇ ਉਹਦੇ ਰਾਹੀਂ ਵੀ ਕਿਸਾਨ ਨੂੰ ਲੁੱਟਿਆ ਜਾਣਾ ਹੈ। ਜਦੋਂ ਕਿਸਾਨ ਦੀ ਇੱਥੇ ਲੁੱਟ ਹੋਈ, ਕਿਸਾਨ ਦੀ ਇਨਕਮ ਫਿਰ ਰੁਕੀ, ਫਿਰ ਡਿੱਗਿਆ ਕਿਸਾਨ ਇੱਕ ਵਾਰੀ ਮੂੰਹ ਦੇ ਮੂੰਹ। ਫਿਰ ਇੱਕ ਆਏਗਾ ਜਿਹੜਾ ਤੀਸਰਾ ਹੈ, ਜਿਹੜਾ ਇਹ ਕਹਿੰਦੇ ਨੇ ਕਿ ਕਿੱਥੇ ਦਿਖਾਓ, ਕਿੱਥੇ ਲਿਖਿਆ ਸੀ ਕਾਨੂੰਨ ਦੇ ਵਿੱਚ ਕਿ ਕਿਸਾਨ ਦੀ ਜ਼ਮੀਨ ਜਾਏਗੀ। ਉਦੋਂ ਆਪਸ਼ਨ ਆਏਗੀ, ਇੱਕ ਲੈ ਕੇ ਆਊਗਾ ਕੋਈ ਵਪਾਰੀ ਕਿ ਮੈਂ ਸਾਰੀ ਤੁਹਾਡੀ ਜ਼ਮੀਨ ਠੇਕੇ ਤੇ ਲੈਣ ਨੂੰ ਤਿਆਰ ਹੈ, ਸਾਰਾ ਪਿੰਡ ਜ਼ਮੀਨ ਠੇਕੇ ਤੇ ਦੇਣ ਨੂੰ ਤਿਆਰ ਹੈ, ਤੇ ਆਵੇ ਸਾਡੇ ਨਾਲ ਕੰਟਰੈਕਟ ਕਰੇ, ਅਸੀਂ ਤੁਹਾਨੂੰ ਆਹ ਰੇਟ ਦੇਵਾਂਗੇ, 30,000 ਦੇਵਾਂਗੇ, 40,000 ਦੇਵਾਂਗੇ ਠੇਕਾ। ਔਰ ਜਦੋਂ ਕਿਸਾਨ ਨੂੰ ਪਤਾ ਲੱਗਿਆ ਕਿ ਮੈਨੂੰ ਖੇਤੀ ਕਰਨ ਦੇ ਵਿੱਚ ਬਚਦਾ ਕੁਝ ਨਹੀਂ, ਤਾਂ ਉਸ ਤੋਂ ਬਾਅਦ ਕਿਸਾਨ ਦੀ ਮਜਬੂਰੀ ਬਣੇਗੀ ਕਿ ਮੈਂ ਇਦੋਂ ਵਧੀਆ ਗੱਲ ਹੈ ਠੇਕੇ ਤੇ ਦੇ ਦਿਆਂ ਪਹਿਲੀ। ਜਦੋਂ ਕਿਸਾਨ ਫਿਰ ਜ਼ਮੀਨ ਠੇਕੇ ਤੇ ਦੇਗਾ, ਉਹ ਜ਼ਮੀਨ ਘੱਟੋ ਘੱਟ 50-50 ਸਾਲ ਵਾਸਤੇ ਕੰਟਰੈਕਟ ਤੇ ਲੈਣਗੇ। ਔਰ ਕਿਸਾਨ ਨੂੰ ਸਭ ਤੋਂ ਪਹਿਲਾਂ ਇਹ ਕਹਿਣਗੇ ਵੀ ਤੂੰ ਇਹ ਲਿਖ ਕੇ ਦੇ ਕਿ ਮੈਂ ਆਪਣੀ ਸਹਿਮਤੀ ਨਾਲ ਦਿੰਦਾ, ਮੈਂ ਐਗਰੀ ਹਾਂ, ਮੈਂ ਸਹਿਮਤ ਹਾਂ ਜ਼ਮੀਨ ਠੇਕੇ ਤੇ ਦੇਣ ਲਈ। ਜਦੋਂ ਕਿਸਾਨ ਜ਼ਮੀਨ ਠੇਕੇ ਤੇ ਦੇਵੇਗਾ ਉਸ ਤੋਂ ਬਾਅਦ ਫਿਰ ਕੀ ਬਣਨਾ ਹੈ ਕਿ 50 ਸਾਲ ਲਈ ਲੀਜ਼ ਤੇ ਜ਼ਮੀਨ ਕਿਸਾਨ ਤੋਂ ਲੈ ਲਈ ਉਹਨਾਂ ਨੇ। 50 ਸਾਲ ਤੱਕ ਕਿਸਾਨ ਪਰਿਵਾਰ ਖੇਤ 'ਚ ਨਹੀਂ ਜਾ ਸਕੇਗਾ। ਔਰ 50 ਸਾਲ ਦੇ ਬੀਤਦਿਆਂ ਮੰਨ ਲਓ ਮੈਂ ਬੈਠਾ, ਮੇਰੀ ਉਮਰ 60 ਸਾਲ ਦੀ ਹੈ, ਮੈਂ 20 ਸਾਲ ਨੂੰ ਮੇਰੀ ਮੌਤ ਹੋ ਜਾਣੀ ਹੈ। 50 ਸਾਲ ਪੂਰੇ ਹੋਣ ਤੋਂ ਪਹਿਲਾਂ ਮੇਰੇ ਬੇਟੇ ਦੀ ਵੀ ਮੌਤ ਹੋ ਜਾਣੀ ਹੈ। 50 ਸਾਲ ਤੱਕ ਜਦੋਂ ਮੇਰਾ ਪੋਤਰੇ ਨੇ ਆ ਕੇ ਜ਼ਮੀਨ ਨੂੰ ਸਾਂਭਣੀ ਹੈ ਨਾ, ਪੋਤਰੇ ਨੂੰ ਜ਼ਮੀਨ ਹੀ ਨਹੀਂ ਥੋਣੀ, ਸਾਡੀ ਜ਼ਮੀਨ ਕਿੱਥੇ ਸੀ। ਪੋਤਰੇ ਨੂੰ ਉਹ ਕਾਗਜ਼ ਹੀ ਨਹੀਂ ਥੋਣੇ ਜਿਨ੍ਹਾਂ ਕਾਗਜ਼ ਜਿਹੜੇ ਸਾਡੇ ਕੰਟਰੈਕਟ ਕੀਤੇ ਹੋਏ ਨੇ, ਔਰ ਉਹਨੂੰ ਉਹ ਜ਼ਮੀਨ ਛੁੱਟਣ ਦੇ ਕੋਈ ਚਾਂਸ ਨਹੀਂ ਸਾਡੇ ਕੋਲੇ, ਛਡਾਉਣ ਦੇ ਕੋਈ ਚਾਂਸ ਨਹੀਂ ਸਾਡੇ ਕੋਲੇ। ਤਾਂ ਅਗਲੀ ਜਿਹੜੀ ਗੱਲ ਅਸੀਂ ਕਾਨੂੰਨਾਂ ਦੇ ਵਿੱਚ ਸੋਧਾਂ, ਇਹ ਸਾਰੇ ਜਿਹੜੇ ਇੰਨੇ ਸਾਰੇ ਖਦਸ਼ੇ ਆ ਇਹ ਸਾਡੇ ਸਾਹਮਣੇ ਖੜੇ ਨੇ। ਇਹਨਾਂ ਦੇ ਵਿੱਚ ਸੋਧਾਂ ਅਸੀਂ ਇਸ ਕਰਕੇ ਚਾਹੁੰਦੇ ਵੀ ਸਾਨੂੰ ਇਹਨਾਂ ਕਾਨੂੰਨਾਂ ਦੀ ਕੋਈ ਸੋਧ ਦੀ ਲੋੜ ਨਹੀਂ ਹੈ। ਇਹ ਕਾਨੂੰਨ ਸਾਡੇ ਲਈ ਮੌਤ ਦੇ ਵਾਰੰਟ ਨੇ। ਸਰਕਾਰ ਹਰ ਹਾਲ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ, ਵਾਪਸ ਲਵੇ। ਔਰ ਮੈਂ ਇੱਕ ਹੋਰ ਤੁਹਾਨੂੰ ਕਾਨੂੰਨ ਦੇ ਵਿੱਚ ਇਹਦੇ ਵਿੱਚ ਬੜੀ ਖਤਰਨਾਕ ਗੱਲ ਦੱਸਾਂ। ਇਸ ਕਾਨੂੰਨ ਦੇ ਵਿੱਚ ਉਹ ਕਹਿੰਦੇ ਨੇ ਕਿ ਤੁਹਾਡੀ ਜ਼ਮੀਨ ਦੇ ਉੱਤੇ ਕੋਈ ਕਰਜ਼ਾ ਨਹੀਂ ਲੈ ਸਕਦਾ। ਬੜੀ ਵਧੀਆ ਗੱਲ ਲਿਖੀ ਆ ਬਾਹਰੋਂ, ਜਿਹੜਾ ਪਹਿਲਾ ਚਿਹਰਾ ਕਾਨੂੰਨ ਦਾ ਉਹ ਕਹਿੰਦਾ ਵੀ ਕਾਨੂੰਨ ਤੇ ਕਰਜ਼ਾ ਨਹੀਂ ਲੈ ਸਕਦਾ। ਹੁਣ ਅੱਗੇ ਜਾ ਕੇ ਕੀ ਲਿਖਿਆ ਉਹਨਾਂ ਨੇ, ਅੱਗੇ ਜਾ ਕੇ ਇਹ ਲਿਖਦੇ ਨੇ ਕਿ ਤੁਹਾਡੀ ਜ਼ਮੀਨ ਲੀਜ਼ ਤੇ ਜਿਹੜਾ ਬੰਦਾ ਲੈਂਦਾ ਉਹਦੇ ਤੇ
बीमा स्कीम ਤੇ ਕ੍ਰੈਡਿਟ ਦੀ ਸਕੀਮ ਕਿਸੇ ਕੰਪਨੀ ਤੋਂ ਜਾਂ ਸਰਕਾਰ ਤੋਂ ਲੈ ਸਕਦਾ ਕੌਣ? ਫਾਰਮਰ ਵੀ ਲੈ ਸਕਦਾ ਹੈ। ਫਾਰਮਰ ਤੇ ਜਿਹੜਾ ਸਪਾਂਸਰਡ ਆ ਦੋਨੇ ਵੀ ਲੈ ਸਕਦੇ ਨੇ ਤੇ ਸਪਾਂਸਰਡ ਇਕੱਲਾ ਵੀ ਲੈ ਸਕਦਾ ਹੈ। ਇਹ ਲਿਖਿਆ। ਹੁਣ ਕ੍ਰੈਡਿਟ ਸ਼ਬਦ ਹੈ ਜਿਹੜਾ ਸਾਡੇ ਕਿਸਾਨ ਦੀ ਸਮਝ ਤੋਂ ਬਾਹਰ ਹੈ। ਕ੍ਰੈਡਿਟ ਐ ਲੱਗਦਾ ਹੈ ਵੀ ਇਹ ਪਤਾ ਨਹੀਂ ਕੀ ਹੈ, ਲੇਕਿਨ ਆਮ ਭੋਲਾ ਕਿਸਾਨ ਇਹ ਨਹੀਂ ਸਮਝਦਾ ਵੀ ਕ੍ਰੈਡਿਟ ਵੀ ਕਰਜ਼ਾ ਹੈ। ਕ੍ਰੈਡਿਟ ਇੱਕ ਉਹਦਾ ਨਾਮ ਬਦਲਿਆ ਗਿਆ ਹੈ। ਕ੍ਰੈਡਿਟ ਵੀ ਕਰਜ਼ਾ ਹੈ, ਉਧਾਰ ਹੈ। ਕ੍ਰੈਡਿਟ ਦਾ ਅਰਥ ਹੁੰਦਾ ਉਧਾਰ ਚੱਕਿਆ ਤੇ ਕਰਜ਼ਾ ਚੱਕਿਆ। ਅਗਰ ਉਹਨੇ ਇੱਕ ਉੱਥੇ ਉਹਦੇ ਖੇਤ ਦੇ ਵਿੱਚ ਸਟਰਕਚਰ ਖੜਾ ਕਰਤਾ, ਕਾਨੂੰਨ ਦੇ ਵਿੱਚ ਦੇਖੋ ਹੋਰ ਗੱਲ ਬੜੀ ਵਧੀਆ ਇੱਕ ਨੁਕਤਾ ਸਮਝਣ ਵਾਲਾ, ਇਹ ਤਾਂ ਕਹਿਤਾ ਜੋ ਸਟਰਕਚਰ ਖੜਾ ਕਰੇਗਾ ਜ਼ਮੀਨ ਤੇ ਲੋਨ ਨਹੀਂ ਚੱਕੇਗਾ, ਸਟਰਕਚਰ ਤੇ ਲੋਨ ਚੱਕ ਸਕਦਾ ਹੈ। ਇੱਕ ਇਹ ਬਹੁਤ ਵੱਡਾ ਮਤਲਬ ਸਮਝਣ ਵਾਲੀ ਗੱਲ ਹੈ। ਨਾਲ ਅਗਲੀ ਗੱਲ ਇੱਕ ਹੋਰ ਨੋਟ ਕਰਨ ਵਾਲੀ ਹੈ ਕਿ ਸਟਰਕਚਰ ਤੇ ਲੋਨ ਚੱਕੇਗਾ। ਕਾਨੂੰਨ 'ਚ ਲਿਖਤਾ ਕਿ ਜਦੋਂ ਜ਼ਮੀਨ ਵਿਹਲੀ ਕਰੇਗਾ ਵਪਾਰੀ, ਉਸ ਵੇਲੇ ਜ਼ਮੀਨ ਪੱਧਰ ਕਰਕੇ ਉਸੇ ਹਾਲਤ ਦੇ ਵਿੱਚ ਕਰਕੇ ਦੇਗਾ। ਪਰ ਨਾਲ ਹੀ ਅਗਲੇ ਪਾਸੇ ਅਗਲੀ ਲਾਈਨ 'ਚ ਇਹ ਲਿਖਤਾ ਵੀ ਜੇ ਉਹ ਨਹੀਂ ਕਰਕੇ ਜਾਂਦਾ, ਜੇ ਉਹ ਪੱਧਰ ਨਹੀਂ ਕਰਕੇ ਜਾਂਦਾ, ਉਵੇਂ ਛੱਡ ਕੇ ਜਾਂਦਾ ਹੈ, ਤੇ ਜਿਹੜਾ ਉਹ ਤੇ ਸਟਰਕਚਰ ਖੜਾ ਹੈ ਨਾ, ਉਹ ਕਿਸਾਨ ਦਾ ਹੋ ਜਾਏਗਾ। ਹੁਣ ਮੰਨ ਲਓ ਕਿਸੇ ਨੇ ਸਟਰਕਚਰ ਖੜਾ ਕਰ ਲਿਆ, ਸਟਰਕਚਰ ਖੜਾ ਕਰਨ ਲੱਗੇ ਨੇ ਉਹ ਤੇ 2 ਕਰੋੜ ਰੁਪਈਆ ਲੋਨ ਚੱਕ ਲਿਆ, 50 ਸਾਲ ਉਹਨੂੰ ਵਰਤ ਲਿਆ। ਵਰਤਣ ਤੋਂ ਬਾਅਦ ਉਹ ਮਤਲਬ ਇੱਕ ਤਰ੍ਹਾਂ ਦਾ ਢਾਰਾ ਬਣ ਗਿਆ, ਉਹ ਬੇਕਾਰ ਹੋ ਗਿਆ, ਉਹ ਕਿਸੇ ਕੰਮ ਦਾ ਨਹੀਂ ਰਿਹਾ। 50 ਸਾਲ ਵਰਤਣ ਤੋਂ ਬਾਅਦ ਉਵੇਂ ਛੱਡ ਕੇ ਤੁਰ ਜੂ। ਜਿਹੜਾ ਲੋਨ ਖੜਾ, ਲੋਨ ਵੀ ਉਹਦੇ ਉੱਤੇ ਉਵੇਂ ਖੜਾ ਹੈ। ਕਿਸਾਨ ਨੂੰ ਕਹਿ ਦੇਣਗੇ ਤੇਰਾ ਹੋ ਗਿਆ ਜੀ, ਹੁਣ ਇਹ ਜਿਹੜਾ ਢਾਂਚਾ ਜਿਹੜਾ ਖੜਾ ਕੀਤਾ ਤੇਰਾ, ਹੁਣ ਤੂੰ ਢਾਹ ਦੇ ਤੇ ਪੈਸੇ ਵਟ ਲਾ। ਕਿਸਾਨ ਨੂੰ ਉਹਦੇ ਵਿੱਚੋਂ ਪੱਲਿਓਂ ਕੁਝ ਨਹੀਂ ਨਿਕਲਣਾ, ਔਰ ਉਹਦੇ ਉੱਤੇ ਜਿਹੜਾ ਕਰਜ਼ਾ ਖੜਾ, ਕਰਜ਼ਾ ਵੀ ਕਿਸਾਨ ਦੇ ਜ਼ਿੰਮੇ ਪੈ ਜੂ। ਸੋ ਇਸ ਬਹੁਤ ਸਾਰੀਆਂ ਇਹ ਗੱਲਾਂ ਹੈ ਜਿਹੜੀਆਂ ਮਤਲਬ ਕਿਸਾਨ ਵਿਰੋਧੀ ਨੇ ਇਹਨਾਂ ਕਾਨੂੰਨਾਂ ਦੇ ਵਿੱਚ। ਅਸੀਂ ਇਸੇ ਗੱਲ ਨੂੰ ਲੈ ਕੇ ਚਾਹੁੰਦੇ ਹਾਂ ਕਿ ਇਹ ਕਾਨੂੰਨ ਹਰ ਹਾਲ ਦੇ ਵਿੱਚ ਖਤਮ ਹੋਣੇ ਚਾਹੀਦੇ ਨੇ। ਔਰ ਜਿਹੜੇ ਸਾਡੀ ਸਰਕਾਰ ਦਾ ਹੁਣ ਦੀ ਜਿਹੜੀ ਸਿਚੁਏਸ਼ਨ ਅੱਜ ਦੇ ਜਿੱਤੇ ਖੜੀ ਹੈ, ਸਰਕਾਰ ਨੇ ਅਮਿਤ ਸ਼ਾਹ ਜੀ ਦੀ ਮੀਟਿੰਗ ਤੋਂ ਬਾਅਦ ਸਰਕਾਰ ਵੱਲੋਂ ਸਾਨੂੰ ਇੱਕ ਪ੍ਰਪੋਜ਼ਲ ਆਉਂਦੀ ਹੈ। ਪ੍ਰਪੋਜ਼ਲ ਦੇ ਵਿੱਚ ਫਿਰ ਲਿਖ ਕੇ ਭੇਜ ਦਿੰਦੇ ਨੇ ਅਸੀਂ ਸੌਦਾ ਕਰਦੇ ਹਾਂ। ਦੇਖੋ ਜਥੇਬੰਦੀਆਂ ਇਹਨਾਂ ਸਾਰੀਆਂ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟੇ ਹਾਂ, ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਜਥੇਬੰਦੀ ਇਹਨਾਂ ਦੀਆਂ ਸੌਦਾ ਨੂੰ ਪ੍ਰਵਾਨ ਨਹੀਂ ਕਰਦੀ। ਜਥੇਬੰਦੀਆਂ ਮੰਗ ਕਰਦੀਆਂ ਕਿ ਇਹਨਾਂ ਸੌਦਾ ਨੂੰ ਨਹੀਂ ਅਸੀਂ ਪ੍ਰਵਾਨ ਕਰਦੇ, ਤੁਸੀਂ ਇਹਨਾਂ ਕਾਨੂੰਨਾਂ ਨੂੰ ਵਾਪਸ ਲਓ। ਹਰ ਹਾਲ ਦੇ ਵਿੱਚ ਇਹ ਕਾਨੂੰਨ ਵਾਪਸ ਲੈਣੇ ਬਣਦੇ ਨੇ। ਦੂਸਰੀ ਗੱਲ ਹੈ ਜਿਹੜੀ ਇਹਨਾਂ ਕਾਨੂੰਨਾਂ ਦੇ ਵਿੱਚ ਇੱਕ ਹੋਰ ਗੱਲ ਹੈ ਜਿਹੜੀ ਇੰਪੋਰਟੈਂਟ, ਕਿ ਸੰਵਿਧਾਨ ਦੇ ਘੇਰੇ ਦੇ ਮੁਤਾਬਕ, ਸੰਵਿਧਾਨ ਦੇ ਦਾਇਰੇ ਦੇ ਮੁਤਾਬਕ ਹੀ ਇਹ ਕਾਨੂੰਨ ਗਲਤ ਬਣੇ ਨੇ। ਪਹਿਲੀ ਤਾਂ ਗੱਲ ਹੈ ਜਦੋਂ ਸ਼ੁਰੂ 'ਚ ਇਹ ਕਾਨੂੰਨ ਬਣੇ ਹੀ ਗਲਤ ਆ, ਸੰਵਿਧਾਨ ਹੀ ਨਹੀਂ ਅਲਾਉ ਕਰਦਾ, ਤਾਂ ਉਸ ਕਾਨੂੰਨ ਬਣਾਉਣੇ ਗਲਤ ਆ, ਉਸ ਪੱਖ ਤੋਂ ਵੀ ਇਹ ਰਿਪੀਲ ਹੋਣੇ ਬਣਦੇ ਨੇ। ਦੂਸਰੀ ਗੱਲ ਹੈ ਕਿ ਜਿਹੜੇ ਸਾਡੇ ਦੇਸ਼ ਜਿਨ੍ਹਾਂ ਦੀ ਖਾਤਰ ਬਣਾਏ ਨੇ ਉਹ ਮੰਗ ਹੀ ਨਹੀਂ ਕਰਦੇ, ਤੇ ਬਣਾਏ ਉਹਨਾਂ ਨੂੰ ਦੇਣੇ ਜ਼ਬਰਦਸਤੀ ਦੇਣੇ ਕਿਉਂ ਬਣਦੇ ਨੇ। ਤੀਸਰੀ ਜਿਹੜੀ ਗੱਲ ਹੈ, ਇਹ ਸੋਧਾਂ ਨਾਲ ਸਾਡੀ ਜ਼ਮੀਨ ਜਾਣ ਦਾ ਸਾਨੂੰ ਸਾਹਮਣੇ ਮਤਲਬ ਸ਼ੀਸ਼ੇ ਨੂੰ ਨਜ਼ਰ ਆ ਰਿਹਾ ਹੈ। ਇਸ ਕਰਕੇ ਸਾਨੂੰ ਸੋਧਾ ਨਹੀਂ ਪ੍ਰਵਾਨ। ਸਾਨੂੰ ਇਹੀ ਮੰਗ ਕਰਦੇ ਹਾਂ ਅਸੀਂ ਕਿ ਇਹਨੂੰ ਹਰ ਹਾਲ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਔਰ ਅੱਜ ਬੜੀ ਤਰ੍ਹਾਂ ਦਾ ਕੂੜ ਪ੍ਰਚਾਰ ਸਰਕਾਰ ਕਰ ਰਹੀ ਹੈ। ਅਸੀਂ ਇਹਨਾਂ ਦੀਆਂ ਜੀ ਮੰਗਾਂ ਮੰਨ ਲਈਆਂ, ਕਿਸਾਨ ਜਿੱਦ ਕਰਦੇ ਨੇ। ਕਿਸਾਨ ਨਹੀਂ ਜਿੱਦ ਕਰਦੇ, ਕਿਸਾਨਾਂ ਨੂੰ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਕਾਨੂੰਨ ਰੱਦ ਤਾਂ ਕਰਨੇ ਨਹੀਂ, ਅਗਰ ਤੁਸੀਂ ਸੋਧਾਂ ਕਰਾਉਣੀਆਂ ਹੈ ਤਾਂ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ। ਤੇ ਕਿਸਾਨ ਕਹਿੰਦੇ ਨੇ ਕਿ ਅਸੀਂ ਸੋਧਾਂ ਨਹੀਂ ਕਰਵਾਉਣੀਆਂ। ਦੱਸੋ ਸਾਡੇ ਲਈ ਦਰਵਾਜ਼ੇ ਕੀ ਖੁੱਲੇ ਨੇ? ਸ਼ਰਤ ਰੱਖੀ ਹੋਈ ਹੈ ਕਿ ਅਸੀਂ ਰੱਦ ਨਹੀਂ ਕਰਨੇ, ਸੋਧਾਂ ਕਰਾਉਣੀਆਂ ਤੇ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ। ਅਸੀਂ ਇਸੇ ਗੱਲ ਦਾ ਰੌਲਾ ਸਾਡਾ। ਜੇਕਰ ਦਰਵਾਜ਼ੇ ਖੁੱਲੇ ਵਾਲੀ ਗੱਲ ਸਰਕਾਰ ਕਰਦੀ ਹੈ ਤੇ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਕਿ ਨਵੀਂ ਪ੍ਰਪੋਜ਼ਲ ਘੱਲੇ, ਨਵੀਂ ਗੱਲ ਲੈ ਕੇ ਆਵੇ। ਉਹਦੇ 'ਚ ਘੱਟੋ ਘੱਟ ਇਹ ਜ਼ਰੂਰ ਆਉਣ ਗੱਲਾਂ ਕਿ ਅਸੀਂ ਕਾਨੂੰਨ ਰੱਦ ਕਰਦੇ ਹਾਂ, ਕਿਵੇਂ ਕਰਦੇ ਹਾਂ, ਕੀ ਕਰਦੇ ਹਾਂ, ਫਿਰ ਉਹਦੇ ਤੇ ਗੱਲਬਾਤ ਹੋ ਸਕਦੀ ਹੈ। ਔਰ ਜੇਕਰ ਹੁਣ ਇੱਥੇ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਜਦ ਕਿਸਾਨਾਂ ਦੀ ਹੈ ਕਿ ਜਦ ਸਰਕਾਰ ਦੀ ਫੜੀ ਹੋਈ ਹੈ। ਸਰਕਾਰ ਉਦੋਂ ਗਾਂ ਹੋਰ ਤਰ੍ਹਾਂ ਦੇ ਹੱਥਕੰਡੇ ਵਰਤਣੇ ਸ਼ੁਰੂ ਕਰ ਲਏ ਸਰਕਾਰ ਨੇ। ਇੱਕ ਕਿਸੇ ਆਪਣੇ ਹੀ ਚਹੇਤੇ ਦੇ ਕੋਲੋਂ PIL ਪਵਾਤੀ, 2 ਤਰ੍ਹਾਂ ਦੀ PIL ਪਵਾ ਰੱਖੀ ਹੈ। ਇੱਕ ਇਹਨਾਂ ਦਾ ਕੋਈ ਬਨੌਟੀ ਹੈ, ਭਾਨੂ ਪ੍ਰਤਾਪ ਕੋਈ ਕਿਸਾਨ ਲੀਡਰ ਬਣਾ ਕੇ ਰੱਖਿਆ, ਔਰ ਉਹਦੇ ਕੋਲੋਂ PIL ਪਵਾਤੀ ਕਿ ਜੀ ਅਸੀਂ ਕੋਰਟ ਦੇ ਵਿੱਚ ਜਾਂਦੇ ਹਾਂ। ਉਹ ਇਸ ਗੱਲ ਨੂੰ ਮੁੱਖ ਰੱਖ ਕੇ ਸਰਕਾਰ ਨੇ ਪਵਾਈ ਹੈ ਕਿ ਜਦੋਂ PIL ਸ਼ੁਰੂ ਹੋਈ, ਉਹਦੇ ਤੇ ਬਹਿਸ ਸ਼ੁਰੂ ਹੋਈ ਤੇ ਗੱਲਬਾਤ ਸ਼ੁਰੂ ਹੋਈ, ਤਾਂ ਅਸੀਂ ਕਹਾਂਗੇ ਜੀ ਤੁਹਾਡਾ ਕੇਸ ਹੁਣ ਕੋਰਟ ਲੱਗ ਗਿਆ, ਤੁਸੀਂ ਪ੍ਰੋਟੈਸਟ ਬੰਦ ਕਰੋ। ਇਸ ਚਾਲ 'ਚੋਂ ਸਰਕਾਰ ਨੇ ਪਵਾਈ ਹੈ। ਔਰ ਦੂਸਰੇ ਜਿਹੜੀ ਪਵਾਈ ਹੈ, ਕੋਈ ਐਡਵੋਕੇਟ ਹੈ, ਲਾ ਦਾ, ਸ਼ਾਇਦ ਐਡਵੋਕੇਟ ਤਾਂ ਹਜੇ ਬਣਿਆ ਨਹੀਂ, ਲਾ ਦਾ ਸਟੂਡੈਂਟ ਹੀ ਹੈ, ਔਰ ਉਹਦੇ ਵੱਲੋਂ ਪਵਾਈ, ਉਹ ਵੀ ਇਹਨਾਂ ਦਾ ਮਤਲਬ ਪਲੈਨਡ ਬੰਦਾ ਹੈ ਜਿਹਦੇ ਕੋਲ ਇਹ ਪਵਾਈ ਹੈ। ਕੀ ਕਿਹਾ ਵੀ ਕਿਸਾਨਾਂ ਨੇ ਸੜਕ ਰੋਕ ਰੱਖੀ ਹੈ, ਇਹਨਾਂ ਤੋਂ ਸੜਕ ਛਡਾਓ। ਹੁਣ ਇਹ ਅੰਦਾਜ਼ਾ ਲਾਓ ਵੀ ਕਿਸਾਨਾਂ ਨੇ ਸੜਕ ਰੋਕ ਰੱਖੀ ਹੈ।
ਅਸੀਂ ਆ ਰਹੇ ਹਾਂ ਪੰਜਾਬ ਤੋਂ, ਦਿੱਲੀ ਹਜੇ ਪਹੁੰਚੇ ਨਹੀਂ। ਦਿੱਲੀ ਅਸੀਂ ਪਹੁੰਚਣ ਵਾਸਤੇ, ਆਉਣ ਵਾਸਤੇ ਅਸੀਂ ਇਹਨਾਂ ਤੋਂ ਪਰਮਿਸ਼ਨ ਮੰਗੀ ਕਿ ਸਾਨੂੰ ਰਾਮਲੀਲਾ ਗਰਾਊਂਡ ਦੀ ਪਰਮਿਸ਼ਨ ਦਿੱਤੀ ਜਾਏ, ਸਾਨੂੰ ਪਰਮਿਸ਼ਨ ਨਹੀਂ ਦਿੱਤੀ ਗਈ। ਫਿਰ ਅਸੀਂ ਦਿੱਲੀ ਨੂੰ ਆ ਰਹੇ ਹਾਂ। ਹਰਿਆਣੇ ਦੀ ਉਹ ਕਿਹੜੀ ਸੜਕ ਹੈ ਜਿਹੜੀ ਪੰਜਾਬ ਤੋਂ ਦਿੱਲੀ ਨੂੰ ਆਉਣ ਵਾਲੀ ਹੋਵੇ, ਹਰਿਆਣੇ ਵਿਚਲੀ, ਜਿਹੜੀ ਸੜਕ ਦੇ ਉੱਤੇ ਸਾਡੀ ਹਰਿਆਣਾ ਸਰਕਾਰ ਨੇ ਟੋਏ ਨਹੀਂ ਪੱਟੇ, ਖੇੜੀਆਂ ਨਹੀਂ ਪੱਟੀਆਂ, ਬੜੇ ਵੱਡੀਆਂ ਮਤਲਬ JCB ਮਸ਼ੀਨਾਂ ਲਾ ਕੇ ਖੱਡੇ ਪੱਟੇ ਤਾਂ ਕਿ ਕਿਸਾਨਾਂ ਨੂੰ ਰੋਕਿਆ ਜਾ ਸਕੇ। ਕਿਸਾਨਾਂ ਤੇ ਵਿਛਾੜਾਂ ਮਾਰੀਆਂ ਗਈਆਂ। ਕਿਉਂ ਭਾਈ, ਸਾਡੀ ਰਾਜਧਾਨੀ, ਅਸੀਂ ਰਾਜਧਾਨੀ ਆ ਕੇ ਆਪਦੀ ਗੱਲ ਨਹੀਂ ਰੱਖ ਸਕਦੇ? ਇਹ ਲੋਕਤੰਤਰਕ ਢਾਂਚਾ ਹੈ ਕਿ ਕਿਸਾਨਾਂ ਨੂੰ ਇੱਥੇ ਗੱਲ ਰੱਖਣ ਦਾ ਵੀ ਮੌਕਾ ਨਾ ਦਿੱਤਾ ਜਾਵੇ। ਔਰ ਇੱਥੇ ਲਿਆ ਕੇ ਕਿਸਾਨਾਂ ਨੂੰ ਆਪ ਰੋਕਿਆ ਸਰਕਾਰ ਨੇ। ਬਿਲਕੁਲ ਕਿਸਾਨਾਂ ਦਾ ਰੁਕਣ ਦੀ ਕੋਈ ਮਤਲਬ ਉਹ ਨਹੀਂ ਸੀ ਕਿ ਵੀ ਅਸੀਂ ਇੱਥੇ ਰੁਕਣਾ, ਸਾਡਾ ਤਾਂ ਮਤਲਬ ਰਾਮਲੀਲਾ ਗਰਾਊਂਡ ਜਾਣ ਦਾ ਪ੍ਰੋਗਰਾਮ ਸੀ। ਸਰਕਾਰ ਨੇ ਆਪ ਰੋਕਿਆ ਕਿਸਾਨਾਂ ਨੂੰ ਇੱਥੇ। ਔਰ ਇਹਨਾਂ ਦੇ ਅੱਜ ਵੀ ਮਤਲਬ ਵੇਖੇ ਜਾ ਸਕਦੇ ਆ, ਟਿੱਪਰ ਮੂਹਰੇ ਲੱਗੇ ਨੇ, ਤਾਰਾਂ ਫੇਰੀਆਂ ਪਈਆਂ ਨੇ, ਬੈਰੀਕੇਡਿੰਗ ਕੀਤੀ ਹੋਈ ਆ, ਫੋਰਸਾਂ ਇੰਨੀਆਂ ਲੱਗੀਆਂ ਹੋਈਆਂ। ਤਾਂ ਅੱਜ ਜਿਹੜੀ ਗਿਣਤੀ ਹੈ ਕਿਸਾਨਾਂ ਦੀ ਬਹੁਤ ਵੱਡੀ ਗਿਣਤੀ ਹੋ ਚੁੱਕੀ ਹੈ। ਲੜਾਈ ਸਾਡੀ ਇੱਥੇ ਜਾਰੀ ਹੈ ਔਰ ਸ਼ਾਂਤਮਈ ਢੰਗ ਦੇ ਨਾਲ ਲੜਾਈ ਲੜੀ ਜਾ ਰਹੀ ਹੈ। ਇਹ ਵੀ ਦੱਸ ਦਈਏ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕਾਂ ਨੂੰ ਕਿ ਅੱਜ ਇਹ ਸਾਡਾ ਧਰਨਾ ਜਿਹੜਾ ਨਾ, ਸਾਡੇ ਧਰਨੇ ਦੇ ਵਿੱਚ ਤਾਂ ਜਿਹੜੇ ਸ਼ਾਮਲ ਹੋ ਰਹੇ ਨੇ ਲੋਕ ਹੋ ਰਹੇ ਨੇ, ਦਿੱਲੀ ਦੇ ਆਮ ਜਨਤਾ, ਸਾਡੀਆਂ ਭੈਣਾਂ, ਸਾਡੀਆਂ ਬੀਬੀਆਂ, ਸਾਡੇ ਬੱਚੇ ਇਹਨੂੰ ਇੱਕ ਮੇਲੇ ਦੇ ਰੂਪ 'ਚ ਵੇਖਣ ਆਉਂਦੇ ਨੇ ਕਿ ਦੇਖੋ, ਦੇਖ ਕੇ ਆਈਏ ਉੱਥੇ ਕਿਵੇਂ ਧਰਨਾ ਚੱਲਦਾ ਹੈ। ਜੇਕਰ ਉੱਥੇ ਹੁੱਲੜਬਾਜ਼ ਹੋਣ, ਉੱਥੇ ਕੋਈ ਰੋੜੇ ਰੱਪੇ ਚਲਾਉਣ ਵਾਲੇ ਹੋਣ ਜਾਂ ਉੱਥੇ ਕੋਈ ਨੁਕਸਾਨ ਕਰਨ ਵਾਲੇ ਲੋਕ ਹੋਣ ਤਾਂ ਲੋਕ ਇਸ ਤਰ੍ਹਾਂ ਮੇਲਾ ਵੇਖਣ ਨਹੀਂ ਆਉਂਦੇ। ਔਰ ਲਗਾਤਾਰ 6 ਮਹੀਨੇ ਹੋ ਗਏ ਸਾਡਾ ਇਹ ਪ੍ਰੋਟੈਸਟ ਚੱਲਦੇ ਨੂੰ। 5ਵੇਂ ਮਹੀਨੇ ਤੋਂ ਸਾਡਾ ਪ੍ਰੋਟੈਸਟ 6ਵੇਂ ਮਹੀਨੇ ਤੋਂ ਸ਼ੁਰੂ ਹੋਇਆ ਹੋਇਆ ਹੈ। ਅੱਜ ਤੱਕ ਇਸ ਪ੍ਰੋਟੈਸਟ ਦੇ ਵਿੱਚ ਕਿਸੇ ਇੱਕ ਵੀ ਗੱਡੀ, ਮੋਟਰ, ਕਿਸੇ ਚੀਜ਼ ਦਾ, ਰੇਲਵੇ ਲਾਈਨ ਦੇ ਉੱਤੇ ਬੈਠੇ ਨੇ, ਰੇਲ ਦਾ ਕੋਈ ਡਲੀ ਤੱਕ ਨਹੀਂ ਮਾਰੀ ਕਿਸੇ ਨੇ, ਰੱਤੀ ਭਰ ਕਿਸੇ ਨੇ ਨੁਕਸਾਨ ਨਹੀਂ ਕੀਤਾ। ਤੇ ਅੱਜ ਸਰਕਾਰ ਨੇ ਮਤਲਬ ਇੱਕ ਕਿਸਾਨਾਂ ਨੂੰ ਉਠਾਉਣ ਵਾਸਤੇ, ਕਿਸਾਨਾਂ ਦੇ ਉੱਤੇ ਬਲ ਪ੍ਰਯੋਗ ਕਰਨ ਵਾਸਤੇ ਇੱਕ ਨਵਾਂ ਮਤਲਬ ਛੜਯੰਤਰ ਰਚ ਰੱਖਿਆ ਇਹਨਾਂ ਨੇ। ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਕਿਸਾਨਾਂ ਦੇ ਉੱਤੇ ਬਲ ਪ੍ਰਯੋਗ ਕਰਕੇ ਕਿਸਾਨਾਂ ਦੇ ਇਸ ਅੰਦੋਲਨ ਨੂੰ ਖਿਲਾਰਨ ਦਾ ਯਤਨ ਕਰ ਰਹੀ ਹੈ। ਲੇਕਿਨ ਸਰਕਾਰ ਭੁੱਲੇ ਨਾ ਇਸ ਗੱਲ ਨੂੰ। ਇਹ ਬਲ ਪ੍ਰਯੋਗ ਕਰਕੇ ਇਹ ਅੰਦੋਲਨ ਖਤਮ ਨਹੀਂ ਹੋਣਾ। ਇਹ ਅੰਦੋਲਨ ਹੁਣ ਕਿਸਾਨਾਂ ਦਾ ਨਹੀਂ ਰਹਿ ਗਿਆ, ਇਹ ਜਨ ਅੰਦੋਲਨ ਬਣ ਚੁੱਕਿਆ ਹੈ। ਬਹੁਤ ਵੱਡੀ ਪੱਧਰ ਦੇ ਉੱਤੇ ਲੋਕਾਂ ਦਾ ਸਹਿਯੋਗ ਮਿਲਿਆ, ਇੱਥੋਂ ਤੱਕ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਇਸ ਅੰਦੋਲਨ ਨੂੰ ਸਾਡਾ ਸਹਿਯੋਗ ਕਰ ਰਹੇ ਹੈ। ਬਹੁਤ ਸਾਰੇ ਲੋਕ ਇਹੋ ਜਿਹੇ ਨੇ, ਇਹਨਾਂ ਦੇ ਉੱਤੇ ਸਾਡੀ, ਹੋਰ ਤਾਂ ਛੱਡੋ, ਸਾਡੀ UNO ਨੇ ਇਹਨਾਂ ਨੂੰ ਕਹਿਤਾ ਕਿ ਲੋਕਾਂ ਨੂੰ ਰਾਈਟ ਹੈ, ਤੁਸੀਂ ਇਹਨਾਂ ਦੇ ਉੱਤੇ, ਉਹਨਾਂ ਦੇ ਉੱਤੇ ਪਾਣੀ ਦੀਆਂ ਵਿਛਾੜਾਂ ਕਿਉਂ ਮਾਰੀਆਂ? UNO ਪੁੱਛ ਰਹੀ ਹੈ ਇਹਨਾਂ ਤੋਂ। ਇਹ ਸਾਡੀ ਸਰਕਾਰ ਦਾ ਹਾਲ ਹੈ। ਸੋ ਇਹ ਸਾਡਾ ਮਤਲਬ ਜਿਹੜਾ ਪ੍ਰੋਟੈਸਟ ਹੈ ਸ਼ਾਂਤਮਈ ਚੱਲ ਰਿਹਾ ਹੈ। ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਮੈਂ ਮਤਲਬ ਸਾਡੇ ਕਿਸਾਨ ਮਜ਼ਦੂਰ ਵੀਰਾਂ ਨੂੰ, ਸਾਡੇ ਮੁਲਾਜ਼ਮ ਵੀਰਾਂ ਨੂੰ, ਸਾਡੇ ਸਭ ਨੂੰ ਬੇਨਤੀ ਕਰੂੰਗਾ, ਜਿੰਨੇ ਵੀ ਸਾਡੇ ਇਸ ਅੱਜ ਪ੍ਰੋਗਰਾਮ ਨੂੰ ਦੇਖ ਰਹੇ ਨੇ, ਉਹ ਵੱਧ ਚੜ ਕੇ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰੋ, ਸ਼ਾਮਲ ਹੋਵੋ, ਤਾਂ ਕਿ ਇਹ ਲੜਾਈ ਹੈ ਜਿਹੜੀ, ਇਹ ਇੱਕ ਆਜ਼ਾਦੀ ਦੀ ਲੜਾਈ ਮੰਨ ਕੇ ਚੱਲਿਓ। ਦੁਬਾਰਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੀ ਲੜਾਈ ਹੈ। ਇਹ ਇਕੱਲੇ ਕਾਨੂੰਨਾਂ ਦੀ ਲੜਾਈ ਨਹੀਂ। ਤਕੜੇ ਹੋ ਕੇ ਹਮਲਾ ਮਾਰੀਏ, ਇਸ ਲੜਾਈ ਨੂੰ ਜਿੱਤੀਏ ਔਰ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਲੜਦੇ ਹੋਏ ਜਿੱਤੀਏ। ਧੰਨਵਾਦ।